ਜਿਵੇਂ 47 ਦੇ ਵਿੱਚ ਪੰਜਾਬ ਦਾ ਉਜਾੜਾ ਹੋਇਆ, ਉਸੇ ਤਰ੍ਹਾਂ ਦਿੱਲੀ ਦੇ ਵਿੱਚ ਸਿੱਖਾਂ ਦਾ ਉਜਾੜਾ ਹੁੰਦਾ 1984 ਦੇ ਵਿੱਚ। ਹੁੰਦਾ ਕੀ ਆ ਉਸ ਵਕਤ, ਕਹਾਣੀ ਕੀ ਵਾਪਰਦੀ ਹੈ? 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਦਿੱਲੀ ਦੇ ਵਿੱਚੋਂ ਧੂਏ ਉੱਡਣੇ ਸ਼ੁਰੂ ਹੋ ਗਏ। ਸਾਨੂੰ ਕਿਤੇ ਨਾ ਕਿਤੇ ਤੇ ਥੋੜ੍ਹੀ ਜਿਹੀ ਦਹਿਸ਼ਤ ਪੈ ਗਈ ਸੀ ਵੀ ਕੋਈ ਨਾ ਕੋਈ ਗੱਲ ਹੋਣੀ ਆ, ਪਰ ਇੰਨਾ ਕੁਛ ਹੋਣਾ ਇਹ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ। ਤੋਂ ਉਹ ਰੋਟੀ ਖਾਣ ਲੱਗਿਆ ਹਜੂਮ ਆਈ, 200-250 ਬੰਦੇ ਦੀ ਹਜੂਮ ਆਈ ਆ। ਉਹਨਾਂ ਦੇ ਕੋਲ ਰਾਡਾਂ ਸਨ, ਲੋਹੇ ਦੀਆਂ ਟਾਇਰ ਸਨ, ਉਹਨਾਂ ਦੇ ਕੋਲ ਪੈਟਰੋਲ ਸੀ, ਉਹਨਾਂ ਦੇ ਕੋਲ ਇੱਕ ਚਿੱਟਾ ਪਾਊਡਰ ਸੀ ਉਹਨਾਂ ਦੇ ਕੋਲ, ਜਿਹੜਾ ਦੂਰੋਂ ਹੀ ਸੁੱਟ ਕੇ ਅੱਗ ਲਾਉਂਦੇ ਸਨ ਤੇ ਅੱਗ ਲੱਗ ਜਾਂਦੀ ਸੀ। ਮੇਰਾ ਦਿਓਰ ਨਾ ਭੱਜ ਕੇ ਬਾਹਰ ਐਂ ਕਰਕੇ ਨਿਕਲਿਆ ਦਰਵਾਜ਼ੇ ਵਿੱਚੋਂ ਵੀ ਮੈਂ ਦੇਖਾਂ ਕੌਣ ਆਇਆ, ਵੀ ਸਾਡੇ ਵੱਲ ਤੇ ਨਹੀਂ ਕੋਈ ਆ ਗਿਆ। ਤੇ ਉਹਨਾਂ ਨੇ ਇੱਕ ਨੇ ਭੱਜ ਕੇ ਉਹਨੂੰ ਖਿੱਚ ਲਿਆ ਬਾਹਰ ਖਿੱਚ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ, ਗੱਲੇ ਵੀ ਟਾਇਰ ਪਾ ਕੇ ਉਹਨੂੰ ਜਿੰਦੇ ਨੂੰ ਜਲਾ ਦਿੱਤਾ। ਜਦੋਂ ਉਹ ਝਰਲਾਇਆ ਕਿ ਮੈਨੂੰ ਬਚਾ ਲਓ, ਤੇ ਵੱਡਾ ਭਰਾ ਭੱਜਿਆ ਉਹਨੂੰ ਬਚਾਉਣ ਵਾਸਤੇ, ਤੇ ਉਹਦੇ ਮੂੰਹ ਵਿੱਚ ਵੀ ਪੈਟਰੋਲ ਪਾ ਕੇ ਉਹਨੂੰ ਜਿੰਦੇ ਨੂੰ ਅੱਗ ਲਗਾ ਦਿੱਤੀ। ਇਹ ਦੋਨੋਂ ਭਰਾ ਜਲ ਰਹੇ ਸਨ, ਤੜਫ ਰਹੇ ਸਨ ਤੇ ਪਾਣੀ ਲਈ ਇਹ ਝਰਲਾ ਰਹੇ ਸਨ, ਪਰ ਸਾਨੂੰ ਇੰਨੀ ਇਜਾਜ਼ਤ ਨਹੀਂ ਸੀ। ਅਸੀਂ ਇੰਨੇ ਬਦਕਿਸਮਤ ਸਾਂ ਕਿ ਅਸੀਂ ਕਿਸੇ ਦੇ ਮੂੰਹ ਵਿੱਚ ਪਾਣੀ ਦਾ ਘੁੱਟ ਵੀ ਪਾ ਲਵਾਂ। ਰਾਤ 8 ਵਜੇ ਜਦੋਂ ਥੋੜ੍ਹਾ ਅੰਧੇਰਾ ਪੈ ਗਿਆ, ਅਸੀਂ ਆਪਣੇ ਭਰੇ ਹੋਏ ਘਰ ਉਂਝ ਹੀ ਛੱਡ ਕੇ, ਸਾਨੂੰ ਕੀ ਪਤਾ ਸੀ ਅਸੀਂ ਮੁੜ ਕੇ ਇਹਨਾਂ ਘਰਾਂ ਨੂੰ ਦੇਖਣਾ ਹੀ ਨਹੀਂ, ਇਹਨਾਂ ਘਰਾਂ ਵਿੱਚੋਂ ਸਾਨੂੰ ਕੁਝ ਲੱਭਣਾ ਹੀ ਨਹੀਂ। ਤੇ ਰਸਤੇ ਦੇ ਵਿੱਚ ਅਸੀਂ ਸੈਂਕੜੇ ਲਾਸ਼ਾਂ ਇਹੋ ਜਿਹੀਆਂ ਹੋਰ ਦੇਖੀਆਂ। ਕੋਈ ਕੁੱਤੇ ਖਿੱਚ ਰਹੇ ਸਨ, ਕੋਈ ਸੂਅਰ ਖਿੱਚ ਰਹੇ ਸਨ, ਤੇ ਅਸੀਂ ਕੈਂਪਾਂ ਵਿੱਚ ਪਹੁੰਚੇ। ਜਿਹੜਾ ਵਰਤਾਂਤ ਵਾਪਰਦਾ ਗਾ, ਘਟਨਾਕ੍ਰਮ ਹੁੰਦਾ ਗਾ, ਜਿਹੜੇ ਤੁਹਾਡੇ ਘਰ ਦੇ ਮੈਂਬਰ ਸ਼ਹੀਦ ਕੀਤੇ ਜਾਂਦੇ ਨੇ, ਉਹਨਾਂ ਦਾ ਸੰਸਕਾਰ ਤੁਸੀਂ ਆਪਣੇ ਹੱਥੀਂ ਕਰਿਆ? ਕਿਸੇ ਦੀ ਵੀ ਕਿਸਮਤ ਇਤਨੀ ਚੰਗੀ ਨਹੀਂ ਸੀ ਕਿ ਕੋਈ ਆਪਣੇ ਭੈਣ ਭਰਾ ਦਾ ਸੰਸਕਾਰ ਕਰ ਸਕੇ। ਅਸੀਂ ਮੁੜ ਕੇ ਨਹੀਂ ਦੇਖੇ, ਅਸੀਂ ਤੇ ਉਸ ਟਾਈਮ ਜਿਹੜੇ ਝੁਲਸੇ ਹੋਏ ਉੱਪਰੋਂ ਨਿਕਲੇ ਹੋਏ ਆ ਉਦੋਂ ਦੇਖੇ ਆ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾ ਭੋਗ ਪਾਏ, ਨਾ ਅਸੀਂ ਉਹਨਾਂ ਥਾਣਿਆਂ ਦੇ ਵਿੱਚ ਸਾਨੂੰ ਇੰਨੀ ਗੰਦੀ ਭਾਸ਼ਾ ਸੁਣਨ ਨੂੰ ਮਿਲਦੀ ਸੀ ਵੀ ਤੁਸੀਂ ਸਾਡੀ ਮਾਂ ਮਾਰ ਦਿੱਤੀ, ਤੁਹਾਡੇ ਨਾਲ ਤੇ ਹੁਣ ਮਤਲਬ ਗਾਲਾਂ ਕੱਢ ਕੇ ਸਾਨੂੰ ਸਾਡੀਆਂ ਰਿਪੋਰਟਾਂ ਨਹੀਂ ਸੀ ਲਿਖੀਆਂ ਜਾਂਦੀਆਂ। ਚੰਗੇ ਘਰਾਂ ਦੇ ਹੁੰਦੇ ਹੋਏ, ਲੱਖਪਤੀ ਉਦੋਂ ਅਸੀਂ ਹੁੰਦੇ ਹੋਏ, ਜਿਨ੍ਹਾਂ ਦੀਆਂ ਫੈਕਟਰੀਆਂ ਹੈਗੀਆਂ, ਗਦਾਮ ਹੈਗੇ, ਆਪਣੇ ਘਰ ਹੈਗੇ, ਲੱਖਾਂ ਵਿੱਚ ਖੇਡਦੇ ਹੈਗੇ, 3-3 4-4 ਨੌਕਰ ਚਾਕਰ ਹੈਗੇ, ਜਾਂ ਫੈਕਟਰੀਆਂ ਵਿੱਚ 10-10 12-12 ਬੰਦੇ ਕੰਮ ਕਰਦੇ ਨੇ, ਉਹ ਇੱਕ ਦਿਨ ਵਿੱਚ ਹੀ ਨਾ ਕੰਗਾਲ ਮੰਗਤੇ ਬਣ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ KTV UK ਤੇ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਉਸ ਪਰਿਵਾਰ ਦੇ ਨਾਲ, ਉਸ ਮਾਤਾ ਦੇ ਨਾਲ ਬੈਠੇ ਹਾਂ ਜਿਨ੍ਹਾਂ ਨੇ 1984 ਦੇ ਵਿੱਚ ਸੰਤਾਪ ਭੋਗਿਆ। ਜਦੋਂ ਪੰਜਾਬ 1984 ਦੀ ਕੋਈ ਵੀ ਕਿਤਾਬ ਪੜ੍ਹਦੇ ਹਾਂ ਜਾਂ ਕੋਈ ਵੀ ਜੀਵਨੀ ਪੜ੍ਹਦੇ ਹਾਂ, ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਨੌਜਵਾਨ, ਉਹ ਯੋਧੇ ਜ਼ਰੂਰ ਆਉਂਦੇ ਨੇ ਜਿਨ੍ਹਾਂ ਨੇ ਪੰਜਾਬੀਅਤ ਦੀ ਲੜਾਈ ਲੜੀ, ਪੰਜਾਬ ਨੂੰ ਜਿਉਂਦਾ ਰੱਖਣ ਲਈ, ਪੰਜਾਬ ਦੀਆਂ ਪੱਗਾਂ ਨੂੰ ਬਚਾਉਂਦੇ ਰਹਿਣ ਦੇ ਲਈ ਉਹ ਲੜਾਈ ਲੜਦੇ ਰਹੇ। ਪਰ ਉਸ ਤੋਂ ਬਾਅਦ ਕੀ ਹੁੰਦਾ ਗਾ, 31 ਅਕਤੂਬਰ ਤੋਂ ਲੈ ਕੇ ਨਵੰਬਰ ਦਾ ਪੂਰਾ ਮਹੀਨਾ ਪੱਗਾਂ ਵਾਲਿਆਂ ਦਾ ਕਤਲੇਆਮ ਹੁੰਦਾ। ਪੱਗਾਂ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ। ਦਿੱਲੀ ਦੀਆਂ ਸੜਕਾਂ, ਕਾਨਪੁਰ ਦੀਆਂ ਸੜਕਾਂ, ਪਟਨਾ ਬਿਹਾਰ ਦੀਆਂ ਸੜਕਾਂ ਖੂਨ ਦੇ ਨਾਲ ਲੱਥ-ਪੱਥ ਹੋਈਆਂ ਮਿਲਦੀਆਂ ਨੇ। ਕਈ ਪੰਜਾਬ ਦੇ ਵਿੱਚੋਂ ਟਰੱਕਾਂ 'ਤੇ ਜਾਂਦੇ ਨੇ ਆਪਦਾ ਕਾਰੋਬਾਰ ਸੈੱਟ ਕਰਨ ਦੇ ਲਈ, ਪਰ ਉਹਨਾਂ ਦੇ ਟਰੱਕਾਂ ਦੇ ਟਰੱਕ ਫੂਕ ਦਿੱਤੇ ਜਾਂਦੇ ਨੇ, ਉਹਨਾਂ ਦੇ ਘਰਾਂ ਦੇ ਘਰ ਸਾੜ ਦਿੱਤੇ ਜਾਂਦੇ ਨੇ। ਦਿੱਲੀ ਦੇ ਵਿੱਚ ਇੱਕ ਅਜਿਹਾ ਮਾਹੌਲ ਬਣਦਾ ਕਿ ਜਿਵੇਂ 47 ਦੇ ਵਿੱਚ ਪੰਜਾਬ ਦਾ ਉਜਾੜਾ ਹੋਇਆ, ਉਸੇ ਤਰ੍ਹਾਂ ਦਿੱਲੀ ਦੇ ਵਿੱਚ ਸਿੱਖਾਂ ਦਾ ਉਜਾੜਾ ਹੁੰਦਾ 1984 ਦੇ ਵਿੱਚ। ਸੋ ਗੱਲਬਾਤ ਕਰਦੇ ਹਾਂ। ਸਾਡੇ ਨਾਲ ਇੱਕ ਮਾਤਾ ਮੌਜੂਦ ਨੇ ਜਿਨ੍ਹਾਂ ਨੇ 1984 ਦਾ ਸੰਤਾਪ ਭੋਗਿਆ। ਗੱਲਬਾਤ ਕਰਾਂਗੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਹੀਦ ਹੋਏ, ਉਸ ਵਕਤ ਕਤਲ ਕੀਤਾ ਗਿਆ ਉਸ ਸਰਕਾਰ ਵੱਲੋਂ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ। ਗੱਲਬਾਤ ਕਰਦੇ ਆਂਗੇ ਕੀ ਹੁੰਦਾ ਆਖਰ। ਮਾਤਾ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਫਤਿਹ ਜੀ। ਹੁੰਦਾ ਕੀ ਆ ਉਸ ਵਕਤ, ਕਹਾਣੀ ਕੀ ਵਾਪਰਦੀ ਹੈ? ਦੇਖੋ, ਉਸ ਟਾਈਮ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਉਹ ਤੋਂ ਬਾਅਦ ਇਹਨਾਂ ਨੇ ਰਾਤ ਦੇ ਟਾਈਮ ਜਦੋਂ ਰਾਜੀਵ ਗਾਂਧੀ ਨੇ ਸਹੁੰ ਚੁੱਕੀ ਪ੍ਰਧਾਨ ਮੰਤਰੀ ਬਣਨ ਦੀ, ਅਤੇ ਰਾਜੀਵ ਗਾਂਧੀ ਦੇ ਕੋਠੀ ਦੇ ਵਿੱਚ ਇੱਕ ਜਿਹੜੇ ਇੱਦਾਂ ਦੀ ਲੀਡਰਸ਼ਿਪ ਸੀ ਉਹਨਾਂ ਦੀ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਇਹਨਾਂ ਨੇ ਇਹ ਤਹਈਆ ਕੀਤਾ ਕਿ ਅਸੀਂ ਜਿਹੜੇ ਸਿੱਖਾਂ ਦਾ ਕਤਲੇਆਮ ਕਰਵਾਉਣਾ ਔਰ ਇਹਨਾਂ ਨੂੰ ਕਿਵੇਂ ਚੁਣ ਕੇ ਮਾਰਨਾ। ਹੁਣ ਅਗਰ ਇੱਕ ਲਾਈਨ ਦੇ ਵਿੱਚ 4 ਪਰਿਵਾਰ ਸਨ ਅਤੇ ਉਹ ਹਰ ਇੱਕ ਬੰਦੇ ਨੂੰ ਨਹੀਂ ਸੀ ਪਤਾ ਵੀ ਇੱਥੇ 4 ਪਰਿਵਾਰ ਵਾਸਤੇ ਇਹਨਾਂ ਨੇ ਫੌਰੀ ਤੌਰ 'ਤੇ ਕਾਰਪੋਰੇਸ਼ਨ ਤੋਂ ਇਹਨਾਂ ਦੀਆਂ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ।
ਕਿ ਕਿਹੜੀ ਗਲੀ ਦੇ ਵਿੱਚ ਕਿਤਨੇ ਸਿੱਖ ਪਰਿਵਾਰ ਰਹਿੰਦੇ ਨੇ, ਕਿਹੜੀ ਗਲੀ ਦੇ ਵਿੱਚ ਕਿਹੜਾ ਸਿੱਖ ਰਹਿੰਦਾ ਹੈਗਾ, ਕੀ ਹੈਗਾ, ਇਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਮਾਰਨਾ, ਕੀ ਕਰਨਾ, ਪੂਰੀ ਯੋਜਨਾ ਬਣਾਈ ਗਈ। ਅਤੇ ਸਵੇਰੇ 12 ਵਜੇ ਦਿੱਲੀ ਜਿਹੜੀ ਹੈਗੀ ਆ 10 ਵਜੇ ਤੋਂ ਹੀ ਜਲਣੀ ਸ਼ੁਰੂ ਹੋ ਗਈ। ਅਤੇ ਲੋਕੀ ਘਰਾਂ ਦੇ ਵਿੱਚੋਂ ਜਦੋਂ ਸਾਡੇ ਵਰਗੇ ਵੀ ਅਸੀਂ ਵੀ ਨਿਕਲਦੇ ਸਾਂ ਕਿ ਦਿੱਲੀ ਦੇ ਵਿੱਚੋਂ ਧੂੰਏਂ ਉੱਡਣੇ ਸ਼ੁਰੂ ਹੋ ਗਏ, ਸਾਨੂੰ ਕਿਤੇ ਨਾ ਕਿਤੇ ਤੇ ਥੋੜ੍ਹੀ ਜਿਹੀ ਦਹਿਸ਼ਤ ਪੈ ਗਈ ਸੀ ਵੀ ਕੋਈ ਨਾ ਕੋਈ ਗੱਲ ਹੋਣੀ ਆ। ਪਰ ਇੰਨਾ ਕੁਛ ਹੋਣਾ ਇਹ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ। ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ, ਕਦੀ ਆਂਢ ਗੁਆਂਢ 'ਤੇ ਅਸੀਂ ਕਿਸੇ ਦੇ ਨਾਲ ਭੇਦਭਾਵ ਨਹੀਂ ਸੀ ਕੀਤਾ। ਜੇ ਅਗਰ ਕੋਈ ਮਜਬੂਰ ਹੁੰਦਾ ਸੀ ਤੇ ਆਪਣੇ ਖਾਣ ਦੇ ਵਿੱਚੋਂ ਵੀ ਉਹਨਾਂ ਨੂੰ ਪਹਿਲੇ ਕੱਢ ਕੇ ਦਿੰਦੇ ਸਾਂ ਵੀ ਪਹਿਲੇ ਇਹ ਖਾਵਣ ਰੱਜ ਕੇ ਫਿਰ ਉਸ ਤੋਂ ਬਾਅਦ ਅਸੀਂ ਖਾਵਾਂਗੇ। ਪਰ ਸਾਡੇ ਨਾਲ ਇਸ ਤਰ੍ਹਾਂ ਵਾਪਰੀ ਕਿ ਦਿਨੇ ਅਸੀਂ 2 ਵਜੇ ਪੌਣੇ 1 ਵਜੇ ਦਾ 12 ਪੌਣੇ 1 ਵਜੇ ਦਾ ਟਾਈਮ ਸੀ ਜਦੋਂ ਅਸੀਂ ਰੋਟੀ ਖਾਣ ਬੈਠੇ। ਅਸੀਂ ਮੰਗੋਲਪੁਰੀ ਦੇ ਵਿੱਚ ਰਹਿੰਦੇ ਸੀ। ਮੇਰੇ 2 ਦਿਓਰ ਸਨ ਅੰਦਰ, ਮੇਰੀ ਨਨਾਣ ਸੀ, ਮੇਰੀਆਂ ਦਰਾਣੀਆਂ ਸਨ, ਮੈਂ ਸਾਂ ਅਤੇ ਮੇਰੇ ਹਸਬੈਂਡ ਜਿਹੜੇ ਹੈਗੇ ਆ ਉਹ ਫੈਕਟਰੀ ਗਏ ਹੋਏ ਸੀ। ਕੀਰਤੀ ਨਗਰ ਦੇ ਵਿੱਚ ਸਾਡੀ ਫੈਕਟਰੀ ਸੀਗੀ। ਉਹ ਤੋਂ ਬਾਅਦ ਜਦੋਂ ਉਹ ਰੋਟੀ ਖਾਣ ਲੱਗਿਆਂ ਹਜੂਮ ਆਈ, 200-250 ਬੰਦੇ ਦੀ ਹਜੂਮ ਆਈ ਆ। ਉਹਨਾਂ ਦੇ ਕੋਲ ਰਾਡਾਂ ਸਨ ਲੋਹੇ ਦੀਆਂ, ਟਾਇਰ ਸਨ ਉਹਨਾਂ ਦੇ ਕੋਲ, ਪੈਟਰੋਲ ਸੀ ਉਹਨਾਂ ਦੇ ਕੋਲ, ਇੱਕ ਚਿੱਟਾ ਪਾਊਡਰ ਸੀ ਉਹਨਾਂ ਦੇ ਕੋਲ ਜਿਹੜਾ ਦੂਰੋਂ ਹੀ ਸੁੱਟ ਕੇ ਅੱਗ ਲਾਉਂਦੇ ਸਨ ਅਤੇ ਅੱਗ ਲੱਗ ਜਾਂਦੀ ਸੀ। ਅਤੇ ਉਹ ਜਦੋਂ ਆਏ ਅਤੇ ਮੇਰਾ ਦਿਓਰ ਨਾ ਭੱਜ ਕੇ ਬਾਹਰ ਐਂ ਕਰਕੇ ਨਿਕਲਿਆ ਦਰਵਾਜ਼ੇ ਵਿੱਚੋਂ ਵੀ ਮੈਂ ਦੇਖਾਂ ਕੌਣ ਆਇਆ, ਭਈ ਸਾਡੇ ਵੱਲ ਤਾਂ ਨਹੀਂ ਕੋਈ ਆ ਗਿਆ। ਅਤੇ ਉਹਨਾਂ ਨੇ ਇੱਕ ਨੇ ਭੱਜ ਕੇ ਉਹਨੂੰ ਖਿੱਚ ਲਿਆ ਬਾਹਰ ਖਿੱਚ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ, ਗਲੇ ਵਿੱਚ ਟਾਇਰ ਪਾ ਕੇ ਉਹਨੂੰ ਜਿੰਦੇ ਨੂੰ ਜਲਾ ਦਿੱਤਾ। ਜਦੋਂ ਉਹ ਝਰਲਾਇਆ ਕਿ ਮੈਨੂੰ ਬਚਾ ਲਓ ਅਤੇ ਵੱਡਾ ਭਰਾ ਭੱਜਿਆ ਉਹਨੂੰ ਬਚਾਉਣ ਵਾਸਤੇ ਅਤੇ ਉਹਦੇ ਮੂੰਹ ਵਿੱਚ ਵੀ ਪੈਟਰੋਲ ਪਾ ਕੇ ਉਹਨੂੰ ਜਿੰਦੇ ਨੂੰ ਅੱਗ ਲਗਾ ਦਿੱਤੀ। ਇਹ ਦੋਨੋਂ ਭਰਾ ਜਲ ਰਹੇ ਸਨ, ਤੜਫ ਰਹੇ ਸਨ ਅਤੇ ਪਾਣੀ ਲਈ ਇਹ ਝਰਲਾ ਰਹੇ ਸਨ। ਪਰ ਸਾਨੂੰ ਇੰਨੀ ਇਜਾਜ਼ਤ ਨਹੀਂ ਸੀ, ਅਸੀਂ ਇੰਨੇ ਬਦਕਿਸਮਤ ਸਾਂ ਕਿ ਅਸੀਂ ਕਿਸੇ ਦੇ ਮੂੰਹ ਵਿੱਚ ਪਾਣੀ ਦਾ ਘੁੱਟ ਵੀ ਪਾ ਲਵਾਂ। ਅਸੀਂ ਆਪਣੀਆਂ ਹਿੱਤਾਂ ਨੂੰ ਰੋਂਦੀਆਂ ਹੋਈਆਂ ਉੱਥੇ ਸਾਰੀਆਂ ਖੜ੍ਹ ਗਈਆਂ। ਸਾਡੀ ਨਨਾਣ ਨੇ ਬਾਹਰ ਨਹੀਂ ਨਿਕਲਣ ਦਿੱਤਾ ਸਾਨੂੰ। ਰਾਤ 8 ਵਜੇ ਜਦੋਂ ਥੋੜ੍ਹਾ ਅੰਧੇਰਾ ਪੈ ਗਿਆ, ਅਸੀਂ ਆਪਣੇ ਭਰੇ ਹੋਏ ਘਰ ਉਂਝ ਹੀ ਛੱਡ ਕੇ, ਸਾਨੂੰ ਕੀ ਪਤਾ ਸੀ ਅਸੀਂ ਮੁੜ ਕੇ ਇਹਨਾਂ ਘਰਾਂ ਨੂੰ ਦੇਖਣਾ ਹੀ ਨਹੀਂ, ਇਹਨਾਂ ਘਰਾਂ ਵਿੱਚੋਂ ਸਾਨੂੰ ਕੁਛ ਲੱਭਣਾ ਹੀ ਨਹੀਂ। ਅਤੇ ਅਸੀਂ ਆਪਣੇ ਕੈਂਪਾਂ ਨੂੰ ਜਦੋਂ ਜਾਣ ਲੱਗੇ, ਚਾਦਰਾਂ ਮੈਲੀਆਂ ਕੱਢ ਕੇ ਸਾਡੀ ਨਨਾਣ ਨੇ ਸਾਨੂੰ ਮੂੰਹ ਸਿਰ ਲਪੇਟ ਕੇ ਕਹਿੰਦੀ ਆ ਭਈ ਇੱਥੋਂ ਰੋਣਾ ਨਹੀਂ, ਕਿਸੇ ਨੇ ਚੀਕਣਾ, ਕਿ ਉਹਨੂੰ ਪਤਾ ਸੀ ਬਾਹਰ ਲਾਸ਼ਾਂ ਪਈਆਂ ਹੋਈਆਂ, ਅੱਗ ਨਾਲ ਝੁਲਸੀਆਂ ਪਈਆਂ ਅਤੇ ਇਹ ਦੇਖ ਕੇ ਜ਼ਰੂਰ ਚਰਲਾਉਣਗੀਆਂ, ਕਿਤੇ ਫਿਰ ਨਾ ਕੋਈ ਆ ਜਾਵੇ, ਕਿਸੇ ਦੀ ਇੱਜ਼ਤ ਨਾ ਖਰਾਬ ਹੋਵੇ, ਕੁਛ ਨਾ ਹੋਵੇ। ਕਹਿੰਦੀ ਕਿਸੇ ਨੇ ਇੱਥੋਂ ਚੀਕ ਨਹੀਂ ਮਾਰਨੀ, ਰੋਣਾ ਨਹੀਂ, ਚਰਲਾਉਣਾ ਨਹੀਂ, ਕੈਂਪਾਂ ਵਿੱਚ ਪਹੁੰਚੋ। ਮੈਨੂੰ ਅੱਜ ਵੀ ਉਹ ਦ੍ਰਿਸ਼ ਯਾਦ ਆ। ਮੇਰਾ ਸਰੀਰ ਕੰਬ ਜਾਂਦਾ ਅੱਜ ਜਦੋਂ ਉਹਨਾਂ ਦੇ ਸਰੀਰ ਦੇ ਉੱਪਰੋਂ ਦੀ ਨਿਕਲੀਆਂ ਹੈਗੀਆਂ। ਅਤੇ ਰਸਤੇ ਦੇ ਵਿੱਚ ਅਸੀਂ ਸੈਂਕੜੇ ਲਾਸ਼ਾਂ ਇਹੋ ਜਿਹੀਆਂ ਹੋਰ ਦੇਖੀਆਂ। ਕੋਈ ਕੁੱਤੇ ਖਿੱਚ ਰਹੇ ਸਨ, ਕੋਈ ਸੂਅਰ ਖਿੱਚ ਰਹੇ ਸਨ ਅਤੇ ਅਸੀਂ ਕੈਂਪਾਂ ਵਿੱਚ ਪਹੁੰਚੇ। ਜਦੋਂ ਤੀਜੇ ਦਿਨ ਆਰਮੀ ਆਈ ਆ, ਆਰਮੀ ਨੂੰ ਫਿਰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਇਲਾਕਿਆਂ ਦੇ ਵਿੱਚ। ਫਿਰ ਆਰਮੀ ਦਾ ਜਿਹੜਾ ਅਫਸਰ ਸੀ ਉਹਨਾਂ ਨੇ ਕਿਹਾ ਜੇਕਰ ਸਾਨੂੰ ਇਲਾਕਿਆਂ ਦੇ ਵਿੱਚ ਅੰਦਰ ਜਾਣ ਹੀ ਨਹੀਂ ਦੇਣਾ ਸੀਗਾ ਅਤੇ ਫਿਰ ਸਾਨੂੰ ਬੁਲਾਇਆ ਕਿਉਂ ਹੈਗਾ। ਅਤੇ ਉਹ ਮਤਲਬ ਝੜਪਣ ਲੱਗ ਗਏ ਪੁਲਿਸ ਸਟੇਸ਼ਨ ਦੇ 'ਤੇ। ਉਸ ਤੋਂ ਬਾਅਦ ਉਹ ਜਦੋਂ ਇਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ, ਇਹਨਾਂ ਨੇ ਦੇਖਿਆ ਅੰਦਰ ਲਾਸ਼ਾਂ ਝੁਲਸੀਆਂ ਪਈਆਂ, ਫੁੱਲ ਗਈਆਂ, ਗਲੀਆਂ ਹੋਈਆਂ, ਕੋਈ ਕੁੱਤੇ ਖਿੱਚ ਰਹੇ ਨੇ, ਕਿਤੇ ਸੂਅਰ ਖਿੱਚ ਰਹੇ ਨੇ, ਮਤਲਬ ਬੁਰੀ ਹਾਲਤ ਸੀ, ਜਾਣੀ ਕਿ ਦੇਖਿਆ ਨਹੀਂ ਸੀ ਜਾਂਦਾ ਉਸ ਟਾਈਮ ਵੀ ਉਹਨਾਂ ਲਾਸ਼ਾਂ ਦੀ ਹਾਲਤ ਕੀ ਸੀ। ਕੋਈ ਪਛਾਣ ਨਹੀਂ ਰਹਿ ਗਈ ਸੀ ਵੀ ਇਹ ਸਾਡਾ ਕੋਈ ਭਰਾ ਹੈਗਾ, ਸਾਡਾ ਕੋਈ ਬੱਚਾ ਹੈਗਾ ਜਾਂ ਕੀ ਹੈਗਾ। ਉਸ ਵਕਤ ਜਿਹੜਾ ਬਿਰਤਾਂਤ ਵਾਪਰਦਾ ਗਾ, ਘਟਨਾਕ੍ਰਮ ਹੁੰਦਾ ਗਾ, ਜਿਹੜੇ ਤੁਹਾਡੇ ਘਰ ਦੇ ਮੈਂਬਰ ਸ਼ਹੀਦ ਕੀਤੇ ਜਾਂਦੇ ਨੇ, ਉਹਨਾਂ ਦਾ ਸੰਸਕਾਰ ਤੁਸੀਂ ਆਪਣੇ ਹੱਥੀਂ ਕਰਿਆ? ਬਿਲਕੁਲ ਹੀ ਕਿਸੇ ਨੇ ਵੀ ਕੀਤਾ ਨਹੀਂ। ਕਿਸੇ ਦੀ ਵੀ ਕਿਸਮਤ ਇਤਨੀ ਚੰਗੀ ਨਹੀਂ ਸੀ ਕਿ ਕੋਈ ਆਪਣੇ ਭੈਣ ਭਰਾ ਦਾ ਸੰਸਕਾਰ ਕਰ ਸਕੇ। ਉਹ ਤੀਜੇ ਦਿਨ ਚੌਥੇ ਦਿਨ ਆਰਮੀ ਨੇ ਉਹਨਾਂ ਨੂੰ ਕਈਆਂ ਦੇ ਨਾਲ ਚੁੱਕ ਕੇ ਮਿਊਨਿਸਪੈਲਿਟੀ ਦੀਆਂ ਗੱਡੀਆਂ ਵਿੱਚ ਭਰੀਆਂ ਉਹ ਲਾਸ਼ਾਂ। ਉਹਨਾਂ ਨੇ ਜਾ ਕੇ ਕਿੱਥੇ ਸੰਸਕਾਰ ਕੀਤੇ ਕਿੱਥੇ ਨਹੀਂ ਕੀਤੇ ਸਾਨੂੰ ਕੋਈ ਪਤਾ ਨਹੀਂ। ਅਸੀਂ ਮੁੜ ਕੇ ਨਹੀਂ ਦੇਖੇ। ਅਸੀਂ ਤਾਂ ਉਸ ਟਾਈਮ ਜਿਹੜੇ ਝੁਲਸੇ ਹੋਏ ਉੱਪਰੋਂ ਨਿਕਲੇ ਹੈਗੇ ਆ ਉਦੋਂ ਦੇਖੇ ਆ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾ ਭੋਗ ਪਾਏ ਨਾ ਅਸੀਂ ਉਹਨਾਂ ਵਾਸਤੇ। ਸੋ ਤੁਸੀਂ ਦੇਖ ਸਕਦੇ ਹੋਗੇ ਆਖਰ ਪੰਜਾਬ ਦੇ ਜਵਾਨਾਂ ਦੇ ਨਾਲ ਕੀ ਵਾਪਰਦਾ ਗਾ। 1984 ਦਾ ਜਦੋਂ ਨਾਂ ਸੁਣਦੇ ਹਾਂ, ਪੰਜਾਬ 1984 ਦਾ ਨਾਂ ਸੁਣਦੇ ਹਾਂ ਤਾਂ ਰੂਹ ਤੱਕ ਕੰਬ ਜਾਂਦੀ ਆ।
ਅੱਖਾਂ ਦੇ ਵਿੱਚ ਅਥਰੂ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਆਖਰ ਕਸੂਰ ਕੀ ਸੀ ਉਹਨਾਂ ਨੌਜਵਾਨਾਂ ਦਾ, ਜਿਹੜੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ ਮਾਰਿਆ ਗਿਆ, ਜਿਹੜੇ ਨੌਜਵਾਨਾਂ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ। ਮਾਤਾ ਅੱਗੇ ਕੀ ਹੁੰਦਾ ਵਾ, ਕੀ ਘਟਨਾ ਕੀ ਵਾਪਰਦੀ ਹੈਗੀ ਜਦੋਂ ਤੁਸੀਂ ਲਾਸ਼ਾਂ ਟੱਪ ਕੇ ਆਉਣੇ ਹੋ? ਅਸੀਂ ਕੈਂਪਾਂ ਵਿੱਚ ਚਲੇ ਗਏ ਔਰ ਕੈਂਪਾਂ ਦੇ ਵਿੱਚ ਇਹ ਹਾਲਾਤ ਸੀਗਾ। ਕੋਈ ਕਹਿੰਦਾ ਸੀ ਮੇਰੇ ਘਰ ਦੇ 4 ਜੀ ਮਰ ਗਏ, ਕੋਈ ਕਹਿੰਦਾ ਸੀ ਮੇਰੇ ਘਰ ਕੋਈ ਬੱਚਿਆ ਹੀ ਨਹੀਂ ਆ, ਕੋਈ ਕੁਛ ਕਹਿੰਦਾ ਸੀ। ਮੇਰੇ ਹਸਬੈਂਡ ਜਿਹੜੇ, ਮੈਂ ਤੀਸਰੇ ਦਿਨ ਥਾਣੇ ਗਈ, ਗੁਰਦੁਆਰੇ ਦੇ ਭਾਈ ਸਾਹਿਬ ਸਾਡੇ ਨਾਲ ਗਏ ਅਤੇ ਮੈਂ ਉੱਥੇ ਜਾ ਕੇ ਇੱਕ ਦਰਖਾਸਤ ਦਿੱਤੀ ਸੀ ਕਿ ਮੇਰੇ ਹਸਬੈਂਡ ਲਾਪਤਾ ਹੈਗੇ ਆ। ਪਰ ਉੱਥੇ ਥਾਣੇ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਕੋਈ ਕਮਰ ਦੀ ਹੱਡੀ ਤੋੜ ਗਏ ਸੀਗੇ, ਉਹ ਆਪਣੇ ਵੱਲੋਂ ਮਾਰ ਕੇ ਸਿੱਟ ਗਏ ਸੀਗੇ ਅਤੇ ਕੋਈ ਉਹਨਾਂ ਨੂੰ ਮੈਡੀਕਲ ਜਾ ਕੇ ਦਾਖਲ ਕਰਵਾਇਆ ਸੀਗਾ। ਫਿਰ ਮੈਂ ਉਹਨਾਂ ਨੂੰ ਮੈਡੀਕਲ ਦੇ ਵਿੱਚ ਉੱਥੇ ਜਾ ਕੇ ਉਹਨਾਂ ਦਾ 15 ਦਿਨ ਉੱਥੇ ਇਲਾਜ ਕਰਵਾਇਆ। ਫਿਰ ਮੈਂ ਲੈ ਕੇ ਪੰਜਾਬ ਆ ਗਈ। ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਦਿੱਲੀ ਦੇ ਵਿੱਚ ਸਾਡੀਆਂ ਸੈਂਕੜੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਕੁਛ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਕਿ ਇੱਕ ਟਰੱਕ ਦੇ ਵਿੱਚ ਪਾ ਕੇ ਗਾਜ਼ੀਆਬਾਦ ਦਾ ਬਾਰਡਰ ਜਿਹੜਾ ਉਹ ਪਾਰ ਕਰਵਾਇਆ। ਉੱਥੇ ਕਈ ਲੋਕ ਕੈਂਪਾਂ ਵਿੱਚ ਦੱਸਦੇ ਸਨ ਕਿ ਉਹ ਕੁੜੀਆਂ ਜ਼ੋਰ ਦੀ ਚਰਲਾਉਂਦੀਆਂ ਸਨ, ਸਾਨੂੰ ਕੋਈ ਤਾਂ ਬਚਾ ਲਓ, ਸਾਡੀ ਕੋਈ ਇੱਜ਼ਤ ਬਚਾ ਲਓ, ਸਾਨੂੰ ਲੈ ਚੱਲੇ ਆ। ਪਰ ਉਹਨਾਂ ਦਾ ਮੁੜ ਕੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ। ਇੱਕ ਪਰਿਵਾਰ ਇਹੋ ਜਿਹਾ ਸੀਗਾ ਜਿਹਦੇ ਘਰ ਦੇ 7 ਜੀ ਸੀ, 7 ਮਾਰ ਦਿੱਤੇ। ਇੱਕ 1.5 ਸਾਲ ਦਾ ਬੱਚਾ ਉਹਨੂੰ ਚੁੱਕ ਕੇ ਤੰਦੂਰ ਵਿੱਚ ਸਿੱਟ ਦਿੱਤਾ, ਭਈ ਇਹ ਵੀ ਸੱਪ ਦਾ ਬੱਚਾ ਵਾ, ਇਹ ਸਪੋਲਾ ਵਾ। ਉਹਨੂੰ ਉਹਦੀ ਚਾਚੀ ਨੇ ਤੰਦੂਰ ਵਿੱਚੋਂ ਕੱਢ ਲਿਆ, ਨਹੀਂ ਦੇਖ ਪਾਈ। 3 ਸਾਲ ਮੈਂ ਆਪਣੇ ਘਰ ਵਾਲੇ ਦਾ ਮੈਡੀਕਲ ਦੇ ਵਿੱਚ ਇਲਾਜ ਕਰਵਾਉਂਦੀ ਸਾਂ, ਮੈਂ ਉਹ ਬੱਚਾ ਵੀ ਦੇਖਦੀ ਰਹੀ ਹਾਂ। ਉਹਦਾ ਇੱਥੋਂ ਨੀਚੇ ਕੋਈ ਚੀਜ਼ ਨਹੀਂ ਸੀ, ਕੋਈ ਧਾੜ ਨਹੀਂ ਸੀ, ਬਸ ਇੱਥੋਂ ਉੱਪਰ ਹੀ ਸਭ ਕੁਝ ਸੀਗਾ। ਫਿਰ 3 ਸਾਲਾਂ ਬਾਅਦ ਡਾਕਟਰ ਨੇ ਕਿਹਾ ਭਈ ਇਹ ਹੁਣ ਜਿਵੇਂ ਜਿਵੇਂ ਵੱਡਾ ਹੋਏਗਾ ਤੁਸੀਂ ਬਹੁਤ ਪਰੇਸ਼ਾਨ ਹੋਵੋਗੇ। ਫਿਰ ਉਹਨੂੰ ਪਤਾ ਨਹੀਂ ਟੀਕਾ ਲਗਵਾਇਆ, ਕਿਵੇਂ ਮਰਵਾਇਆ ਹੈਗਾ। ਕਈ ਬੱਚਿਆਂ ਦੇ, ਇੱਕ ਬੀਬੀ ਸਾਡੇ ਨਾਲ ਅੱਜ ਆਈ ਨਹੀਂ ਹੈਗੀ, ਮੇਰੇ ਗੁਆਂਢ 'ਤੇ ਹੀ ਰਹਿੰਦੀ ਆ, ਉਹਦੇ ਘਰ ਜੁੜਵਾਂ ਬੱਚੇ ਪੈਦਾ ਹੋਏ ਸੀਗੇ। ਉਹਦੇ ਦੋਨੋਂ ਬੱਚਿਆਂ ਨੂੰ ਚੁੱਕ ਕੇ ਉਹਦੀਆਂ ਅੱਖਾਂ ਦੇ ਸਾਹਮਣੇ ਤੰਦੂਰ ਵਿੱਚ ਪਾ ਦਿੱਤਾ। ਸਾਡੇ ਲੋਕਾਂ ਨਾਲ ਜੋ ਕੁਛ ਉਸ ਟਾਈਮ ਹੋਇਆ ਹੈਗਾ, ਉਹ ਤਾਂ ਪਰਮਾਤਮਾ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਕਰੇ ਜੋ ਸਾਡੇ ਨਾਲ ਹੋਇਆ। ਪਰ ਸਾਡਾ ਕਸੂਰ ਕੀ ਸੀ ਬਈ? ਅਸੀਂ ਸਿੱਖ ਸੀਗੇ। ਸਿੱਖ ਹੋਣਾ ਕੋਈ, ਇਹ ਉਹੀਓ ਸਿੱਖ ਹੈਗੇ ਨੇ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਕੌਮਾਂ ਵਾਸਤੇ ਜਾ ਕੇ ਸ਼ਹੀਦੀਆਂ ਦਿੱਤੀਆਂ ਕਿ ਜਨੇਊ ਜਿਹੜੇ ਹੈਗੇ ਉਤਾਰੇ ਜਾ ਰਹੇ ਸਨ ਅਤੇ ਪੰਡਤ ਆ ਕੇ ਰੋਏ ਸਨ ਕਿ ਸਾਡੇ ਜਨੇਊ ਬਚਾ ਲਓ। ਅਤੇ ਅੱਜ ਉਹਨਾਂ ਦੀਆਂ ਧੀਆਂ ਦੀ ਰਖਵਾਲੀ ਐਂ ਹੋਈ ਕਿ ਉਹਨਾਂ ਦੀਆਂ ਐਂ ਇੱਟਾਂ ਲੁੱਟੀਆਂ ਗਈਆਂ, ਐਂ ਉਹਨਾਂ ਦੇ ਬੱਚੇ ਚੁੱਕ ਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੰਦੂਰਾਂ ਵਿੱਚ ਪਾਏ ਗਏ। ਸਾਡਾ ਇਹ ਕਸੂਰ ਸੀ ਕਿ ਅਸੀਂ ਉਸ ਕੌਮ ਦੀਆਂ ਵਾਰਸਾਂ ਸਾਂਗੀਆਂ ਵੀ ਜਿਨ੍ਹਾਂ ਦੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਇਹਨਾਂ ਵਾਸਤੇ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਲੋਕ ਕੈਂਪਾਂ ਵਿੱਚੋਂ ਇੱਥੇ ਆਏ, ਫਿਰ ਅਸੀਂ FIR ਲਿਖਾਉਣ ਵਾਸਤੇ ਗਏ ਵੀ ਸਾਡੇ ਘਰ ਬਾਰ ਲੁੱਟੇ ਗਏ ਹੈਗੇ ਆ, ਵੀ FIR ਤਾਂ ਲਗਾਉਣੀ ਚਾਹੀਦੀ ਆ। ਜਦੋਂ ਸਾਰੇ ਕੈਂਪਾਂ ਵਿੱਚੋਂ ਨਾਲ ਕੈਂਪਾਂ ਦੇ ਵੱਡੇ ਲੋਕ ਕਈ ਜਾਂਦੇ ਸਨ, ਜਿਹੜੇ ਬਚ ਗਏ ਦੇ ਸਨ, ਜਿਨ੍ਹਾਂ ਦੇ ਨੁਕਸਾਨ ਨਹੀਂ ਸੀ ਹੋਏ ਦੇ, ਉਹ ਜਾਂਦੇ ਸਨ। ਉੱਥੇ ਥਾਣਿਆਂ ਦੇ ਵਿੱਚ ਸਾਨੂੰ ਇੰਨੀ ਗੰਦੀ ਭਾਸ਼ਾ ਸੁਣਨ ਨੂੰ ਮਿਲਦੀ ਸੀ ਵੀ ਤੁਸੀਂ ਸਾਡੀ ਮਾਂ ਮਾਰ ਦਿੱਤੀ, ਤੁਹਾਡੇ ਨਾਲ ਤਾਂ ਇਹ ਹੋਣਾ, ਮਤਲਬ ਗਾਲਾਂ ਕੱਢ ਕੇ ਸਾਨੂੰ, ਸਾਡੀਆਂ ਰਿਪੋਰਟਾਂ ਨਹੀਂ ਸੀ ਲਿਖੀਆਂ ਜਾਂਦੀਆਂ। ਮੰਗੋਲਪੁਰੀ ਦੇ ਵਿੱਚ ਇੱਕ ਜਰਨਲ FIR ਉਹਨਾਂ ਨੇ ਤਿਆਰ ਕਰ ਲਈ, ਜਿਵੇਂ ਲੈਟਰ ਪੈਡ ਛਪਵਾਈ ਦਾ। ਉਹ ਜਦੋਂ ਜਾਂਦੇ ਸਨ ਨੀਚੇ ਸਾਡਾ ਐਡਰੈਸ ਭਰ ਕੇ ਸਾਡਾ ਨਾਮ ਲਿਖ ਕੇ ਸਾਨੂੰ ਉਹ ਕੱਟ ਕੇ ਦੇ ਦਿੰਦੇ ਸਨ। ਉਹਦੀ ਵੀ ਆਈ ਸਾਨੂੰ ਬੜੀ ਵੱਡੀ ਦਿੱਕਤ ਆ ਰਹੀ ਹੈਗੀ ਆ ਭਈ ਇਹ FIR ਤੇ ਬਾਈ ਨੇਮ ਹੈ ਹੀ ਨਹੀਂ ਆ। ਪਰ ਬਾਈ ਨੇਮ ਜਦੋਂ ਕਿਸੇ ਨੇ ਲਿਖੀ ਨਹੀਂ ਅਤੇ ਅਸੀਂ ਕਿਵੇਂ ਲਿਖਾਵਾਂ? ਫਿਰ ਦੇਖੋ ਇੱਕ ਘਰ ਦਾ ਸਾਰਾ ਕੁਛ ਹੀ ਖਤਮ ਹੋ ਗਿਆ। ਘਰ ਦੇ ਜੀਅ ਮਰ ਗਏ, ਘਰ ਲੁੱਟਿਆ ਗਿਆ, ਸਾਰੀਆਂ ਪ੍ਰਾਪਰਟੀਆਂ ਤਹਿਸ ਨਹਿਸ ਹੋ ਗਈਆਂ, ਸਾਰਾ ਪੈਸਾ ਘਰੋਂ ਚਲਾ ਗਿਆ, ਕੱਪੜਾ ਲੀੜਾ ਸਭ ਕੁਝ ਚਲਾ। ਮੈਂ ਆਪਣੀ ਤੁਹਾਨੂੰ ਦੱਸਦੀ ਹਾਂ, ਮੇਰਾ 70 ਤੋਲੇ ਸੋਨਾ ਮੇਰੀਆਂ ਅੱਖਾਂ ਦੇ ਸਾਹਮਣੇ ਪਿਆ ਹੋਇਆ, ਪਰ ਮੈਨੂੰ ਉਸ ਟਾਈਮ ਇਹ ਹੋਸ਼ ਨਹੀਂ ਆਈ ਕਿ ਮੈਂ ਇਹੀ ਚੁੱਕ ਕੇ ਨਾਲ ਰੱਖ ਲਵਾਂ ਵੀ ਕਿਤੇ ਮੇਰੇ ਕੰਮ ਆਏਗਾ। ਮੈਂ ਇਹ ਸੋਚਿਆ ਸ਼ਾਇਦ ਅਸੀਂ ਜਦੋਂ ਮੁੜ ਕੇ ਆਵਾਂਗੇ ਆਪਣੇ ਘਰ ਹੀ ਪਿਆ ਹੋਏਗਾ। ਸਾਨੂੰ ਕੀ ਪਤਾ ਸੀ ਮੁੜ ਕੇ ਆਵਾਂਗੇ ਇੱਥੇ ਸਾਨੂੰ ਸ਼ੀਸ਼ਾ ਵੀ ਨਹੀਂ ਮਿਲੇਗਾ, ਉਹ ਵੀ ਤੋੜ ਕੇ ਸਿੱਟ ਜਾਣਗੇ, ਘਰ ਲੁੱਟ ਕੇ ਲੈ ਜਾਣਗੇ। ਇੱਕ ਸੂਟ ਦੇ ਵਿੱਚ ਨਿਕਲੇ ਸਾਂ। ਫਿਰ ਜਦੋਂ ਕੈਂਪਾਂ ਵਿੱਚ ਆਏ ਉੱਥੇ ਲੋਕ ਆਉਂਦੇ ਸਨ, ਕੋਈ ਕੱਪੜਾ ਲੈ ਕੇ ਆਉਂਦਾ ਸੀ, ਕੋਈ ਬਿਸਤਰੇ ਲੈ ਕੇ ਆਉਂਦਾ ਸੀ, ਕੋਈ ਕੁਛ ਲੈ ਕੇ ਆਉਂਦਾ ਸੀ। ਮਤਲਬ ਅਸੀਂ ਚੰਗੇ ਘਰਾਂ ਦੇ ਹੁੰਦੇ ਹੋਏ, ਲੱਖਪਤੀ ਉਦੋਂ ਅਸੀਂ ਹੁੰਦੇ ਹੋਏ, ਜਿਨ੍ਹਾਂ ਦੀਆਂ ਫੈਕਟਰੀਆਂ ਹੈਗੀਆਂ ਨੇ, ਗੋਦਾਮ ਹੈਗੇ ਨੇ, ਆਪਣੇ ਘਰ ਹੈਗੇ ਨੇ, ਲੱਖਾਂ ਵਿੱਚ ਖੇਡਦੇ ਹੈਗੇ ਨੇ, 3-3 4-4 ਨੌਕਰ ਚਾਕਰ ਹੈਗੇ ਨੇ, ਜਾਂ ਫੈਕਟਰੀਆਂ ਵਿੱਚ 10-10 12-12 ਬੰਦੇ ਕੰਮ ਕਰਦੇ ਨੇ, ਉਹ ਇੱਕ ਦਿਨ ਵਿੱਚ ਹੀ ਨਾ ਕੰਗਾਲ ਮੰਗਤੇ ਬਣ ਗਏ। ਉਹਨਾਂ ਨੂੰ ਸਰਕਾਰ ਨੇ, ਕਾਂਗਰਸ ਸਰਕਾਰ ਨੇ ਮੰਗਤੇ ਬਣਾ ਦਿੱਤਾ।
ਅਗਰ ਕੋਈ ਸਾਡਾ ਭੈਣ ਭਰਾ ਸਾਨੂੰ ਕੋਈ ਚੀਜ਼ ਦੇਣ ਵਾਸਤੇ ਆ ਰਿਹਾ ਤੇ ਅਸੀਂ ਮੰਗਤੇ ਹੀ ਹਾਂ। ਅਗਰ ਅਸੀਂ ਇਸ ਤਰ੍ਹਾਂ ਕਰਕੇ ਲੈ ਰਹੇ ਹਾਂ, ਅਸੀਂ ਮੰਗਤੇ ਹੀ ਹੈਗੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਇੱਥੇ ਪੰਜਾਬ ਆ ਗਏ। ਪੰਜਾਬ ਹੀ ਆ ਕੇ ਅਸੀਂ ਸਾਰਾ ਦਿਨ ਸਾਰੀ ਰਾਤ ਮਿਹਨਤ ਕਰਨੀ। ਮੈਂ ਆਪਣੇ ਨਿੱਕੇ ਨਿੱਕੇ ਬੱਚੇ ਪਾਲੇ। ਮੈਂ ਆਪਣੇ ਘਰ ਵਾਲੇ ਨੂੰ ਵੀ ਬੱਚਿਆਂ ਦੀ ਤਰ੍ਹਾਂ ਪਾਲਿਆ, ਕਿ ਉਹਨਾਂ ਦੀ ਹੱਡੀ ਟੁੱਟੀ ਹੋਈ ਸੀ, ਉਹ ਉੱਠ ਨਹੀਂ ਸੀ ਸਕਦੇ, ਖੜ ਨਹੀਂ ਸੀ ਸਕਦੇ। 35 ਸਾਲ ਸੰਤਾਪ ਭੋਗਣ ਤੋਂ ਬਾਅਦ ਉਹਨਾਂ ਦੀ ਡੈਥ ਹੋਈ। ਉਹ ਇੱਕ ਸਦਮਾ ਮੇਰੇ ਵਾਸਤੇ ਉਸ ਦਿਨ ਫਿਰ ਇੱਕ ਨਵਾਂ ਸੀਗਾ, ਕਿ ਅਗਰ 35 ਸਾਲ ਬੈੱਡ 'ਤੇ ਵੀ ਸਨ ਤੇ ਕਿਤੇ ਨਾ ਕਿਤੇ ਮੈਨੂੰ ਇੰਨੀ ਕਾਸ ਸੀਗੀ ਕਿ ਮੇਰੇ ਬੱਚਿਆਂ ਦਾ ਪਿਓ ਉਹਨਾਂ ਦੇ ਸਿਰ 'ਤੇ ਹੈ। ਸਾਡੇ ਘਰ ਦੇ ਮਾਲਕ ਸਾਡੇ ਸਿਰ 'ਤੇ ਹੈਗੇ। ਚਾਹੇ ਮਿਹਨਤ ਕਰਦੇ ਸਾਂ ਅਸੀਂ, ਮਾਂ ਬੱਚੇ ਸਭ ਮਿਹਨਤ ਕਰਦੇ ਸਾਂ, ਪਰ ਸਾਨੂੰ ਇਹ ਤੇ ਆਸ ਸੀ ਕਿ ਸਾਡਾ ਮਾਲਕ ਸਾਡੇ ਸਿਰ 'ਤੇ ਹੈਗਾ। ਪਰ 35 ਸਾਲਾਂ ਬਾਅਦ ਉਹ ਸੰਤਾਪ ਨਾ ਭੋਗਦੇ ਹੋਏ ਉਹ ਵੀ ਪੂਰੇ ਹੋ ਗਏ। ਹੁਣ ਅੱਜ ਸਰਕਾਰਾਂ ਸਾਨੂੰ ਵਿਤਕਰੇ ਦੀ ਨਜ਼ਰ ਨਾਲ ਦੇਖ ਰਹੀਆਂ। ਸਾਡਾ ਕਿਤੇ ਮੁੜ ਵਸੇਵਾ ਨਹੀਂ ਹੋਇਆ। ਕੁਛ ਇੱਥੇ ਪੰਜਾਬ ਦੇ ਵਿੱਚ 4000 ਮਕਾਨ ਜਿਹੜਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਆਈ, ਉਹਨਾਂ ਨੇ ਸਾਨੂੰ ਦਿੱਤੇ। ਕੁਛ ਉਹਨਾਂ ਨੇ 327 ਬੂਥ ਦਿੱਤੇ ਲੁਧਿਆਣੇ ਦੇ ਵਿੱਚ ਕਾਰੋਬਾਰ ਵਾਸਤੇ ਜਗ੍ਹਾ ਦਿੱਤੀ। ਕੁਝ 200 ਪਟਿਆਲੇ ਦਿੱਤੇ, 200 ਮੋਹਾਲੀ ਦਿੱਤੇ। ਬਸ ਉਹਨਾਂ ਨੇ ਜੋ ਕੁਛ ਕੀਤਾ। ਜਾਂ ਫਿਰ 2006 ਦੇ ਵਿੱਚ ਮਨਮੋਹਨ ਸਿੰਘ ਨੇ ਇੱਕ ਨੈਨਾਵਤੀ ਕਮਿਸ਼ਨ ਬਣਿਆ ਸੀ, ਉਹਦੀ ਸਿਫਾਰਿਸ਼ ਕਰਕੇ ਉਹਨਾਂ ਨੇ ਸਾਨੂੰ 2-2 ਲੱਖ ਦੀ ਗ੍ਰਾਂਟ ਦਿੱਤੀ। ਜਦੋਂ ਉਸ ਵਕਤ ਵਰਤਾਂਤ ਇਹ ਜਿਹੜੀ ਘਟਨਾ ਵਾਪਰਦੀ ਆ, ਫੈਕਟਰੀਆਂ ਛੱਡ ਕੇ ਆ ਜਾਂਦੇ ਹੋ ਇੱਧਰ, ਦੁਬਾਰਾ ਆਸ ਸੀਗੀ ਅਸੀਂ ਜਾਵਾਂਗੇ ਉੱਥੇ? ਉਹ ਹਾਲਾਤ ਦੇਖ ਕੇ ਤੇ ਉਸ ਟਾਈਮ ਦੀ ਤੇ ਗੱਲ ਹੀ ਛੱਡ ਦਿਓ, ਅਲੱਗ ਸੀਗੀ। ਅੱਜ ਵੀ 37 ਸਾਲਾਂ ਬਾਅਦ ਵੀ ਮੈਂ ਉੱਥੇ, ਮੇਰੇ ਰਿਸ਼ਤੇਦਾਰ ਹੈਗੇ ਨੇ, ਅੱਜ ਵੀ ਮੇਰਾ ਸੱਕਾ ਭਰਾ ਰਹਿੰਦਾ ਉੱਥੇ, ਮੇਰੇ ਹੋਰ ਜਿਹੜੇ ਤਾਏ ਚਾਚੇ ਦੇਰ ਜੇਠ ਹੈਗੇ ਨੇ ਉਹ ਰਹਿੰਦੇ ਆ, ਹੋਰ ਮੇਰਾ ਪੂਰਾ ਪਰਿਵਾਰ, ਸਹੁਰਾ ਪਰਿਵਾਰ ਸਾਰਾ ਉੱਥੇ ਰਹਿੰਦਾ। ਪਰ ਮੈਂ ਉੱਥੇ ਜਾ ਕੇ ਇੱਕ ਰਾਤ ਵੀ ਬੜੀ ਮੁਸ਼ਕਲ ਨਾਲ ਕੱਟਦੀ ਹਾਂ। ਔਰ ਮੈਂ ਜਦੋਂ ਦਿੱਲੀ ਜਾਂਦੀ ਹਾਂ, ਮੈਂ ਬਿਮਾਰ ਹੋ ਕੇ ਘਰ ਆਉਂਦੀ ਹਾਂ। ਮੈਂ ਮਤਲਬ ਉੱਥੋਂ ਠੀਕ ਨਹੀਂ ਕਰ ਆਉਂਦੀ ਜੇ, ਕਿਉਂ ਮੈਨੂੰ ਉਹ ਸਭ ਕੁਝ ਯਾਦ ਆਉਂਦਾ ਹੈਗਾ। ਮੈਨੂੰ ਐਂ ਲੱਗਦਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਮੇਰੇ ਦਿਓਰ ਜਲਦੇ ਪਏ ਨੇ, ਆ ਸਾਡਾ ਘਰ ਲੁੱਟਿਆ ਗਿਆ ਦਾ, ਅਸੀਂ ਘਰ ਆਏ ਸਾਡਾ ਘਰ ਲੁੱਟਿਆ ਪਿਆ ਸੀ, ਖਾਲੀ ਸੀਗਾ। ਫਿਰ ਜਿਹੜੀਆਂ ਸਾਡੀਆਂ ਜ਼ਮੀਨ ਜਾਇਦਾਦਾਂ ਸਨ, ਜਿਹੜੀਆਂ ਚਲੋ ਫੈਕਟਰੀ ਸੜ ਗਈ, ਉਜੜ ਗਈ, ਗੋਦਾਮ ਖਤਮ ਹੋ ਗਿਆ, ਘਰ ਖਤਮ ਹੋ ਗਿਆ, ਜਿਹੜੀ ਜਗ੍ਹਾ ਵੀ ਸੀਗੀ ਸਾਡੀਆਂ ਉਹ ਵੀ ਉਹਨਾਂ ਲੋਕਾਂ ਨੇ ਉਦੋਂ ਨੱਪ ਲਈਆਂ। ਫਿਰ ਜਦੋਂ ਅਸੀਂ ਗਏ ਸਾਨੂੰ ਇੱਕ ਕੋੜੀਆਂ ਦਾ ਭਾਅ ਜਿਹੜਾ ਹੈਗਾ ਉਹ ਮਿਲਿਆ। ਕੁਛ ਲੋਕਾਂ ਨੇ ਤਾਂ ਦੱਬ ਲਈਆਂ, ਉਹਨਾਂ ਨੇ ਤਾਂ ਕਿਸੇ ਨੂੰ ਕੁਛ ਵੀ ਨਹੀਂ ਦਿੱਤਾ। ਕੋਈ ਜਿਹੜੇ ਥੋੜ੍ਹੇ ਜਿਹੇ ਸਖਤ ਸਨ, ਸਟਰੋਂਗ ਸਨ, ਜਿਹਨਾਂ ਦੇ ਘਰ ਦੇ ਜੀਂਦੇ ਸਨ, ਉਹਨਾਂ ਨੇ ਚਲੋ ਲਿਆ ਵਿਚਾਰਿਆਂ ਨੇ, ਪਰ ਕੁਛ ਵੀ ਨਹੀਂ। ਜਿਵੇਂ ਕਿ ਕਹਿ ਲਓ ਕਿ ਕੋਡੀਆਂ ਦੇ ਜਿਹੜੀ ਚੀਜ਼ 10 ਰੁਪਈਏ ਦੀ ਸੀ, ਉਹਨਾਂ ਨੂੰ 1 ਰੁਪਈਆ ਦੇ ਕੇ ਤੋਰ ਦਿੱਤਾ। ਉਹ ਲੋਕਾਂ ਨਾਲ ਉਸ ਟਾਈਮ ਉੱਥੇ ਹੋਇਆ। ਚੰਗੇ ਪੱਲੇ ਖਾਂਦੇ ਪੀਂਦੇ ਲੋਕ ਜਿਹੜੇ, ਹੁਣ ਬੁਖਾਰੋ ਦੇ ਵਿੱਚ ਦੇਖੋ ਇੱਕ ਸਟੀਲ ਭੱਠੀ ਸੀ ਜਿੱਥੇ 37 ਬੰਦੇ ਜਿੰਦੇ ਹੀ ਚੁੱਕ ਕੇ ਤੇ ਭੱਠੀ ਵੀ ਝੋਂਕ ਦਿੱਤੇ ਸਨ। ਉਹਨਾਂ ਬੰਦਿਆਂ ਦਾ ਕੀ ਕਸੂਰ ਸੀਗਾ? ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ। ਫਿਰ ਜਦੋਂ ਇੰਦਰਾ ਗਾਂਧੀ ਨੂੰ ਜਿਨ੍ਹਾਂ ਨੇ ਮਾਰਿਆ, ਉਹਨਾਂ ਵਾਸਤੇ ਤਾਂ 3 ਮਹੀਨੇ ਵਿੱਚ ਸਜ਼ਾ ਤੈਅ ਹੋ ਗਈ। ਉਹਨਾਂ ਨੂੰ ਫਾਂਸੀ 'ਤੇ ਟੰਗ ਦਿੱਤਾ ਗਿਆ। ਉਹ ਸਾਡੇ ਸੂਰਮੇ 3 ਮਹੀਨੇ ਬਾਅਦ ਫਾਂਸੀ ਲੱਗ ਗਈ। ਜਿਹੜੇ ਸਾਡੇ ਕਾਤਲ ਹਨ ਉਹਨਾਂ ਨੂੰ 37 ਸਾਲਾਂ ਬਾਅਦ ਵੀ ਕਿਸੇ ਨੇ ਸਜ਼ਾ ਨਹੀਂ ਦਿੱਤੀ। ਇਹਦਾ ਮਤਲਬ ਹੈ ਕਿ ਮੈਨੂੰ ਕਦੀ ਕਦੀ ਇਹ ਸ਼ੱਕ ਲੱਗਦਾ ਕਿ ਇਹ ਹਿੰਦੁਸਤਾਨ ਜਿਹੜਾ ਕਹਿੰਦੇ ਆ ਕਿ ਆਜ਼ਾਦ ਆ, ਮੈਂ ਨਹੀਂ ਕਹਿੰਦੀ ਆਜ਼ਾਦ ਆ। ਇਹ ਕਾਂਗਰਸ ਦੇ ਹੱਥੋਂ ਗੁਲਾਮ ਆ। ਇਹ ਅੱਜ ਵੀ ਗੁਲਾਮ ਆ। ਪਹਿਲੇ ਅੰਗਰੇਜ਼ਾਂ ਕੋਲੋਂ ਗੁਲਾਮ ਸੀਗਾ, ਹੁਣ ਇਹ ਕਾਂਗਰਸ ਤੋਂ ਗੁਲਾਮ ਹੈਗਾ। ਅੱਜ ਦਿਨ ਤੱਕ ਇਹਦੇ ਪੈਰਾਂ ਵਿੱਚ ਉਹ ਗੁਲਾਮਾਂ ਦੀਆਂ ਚੇਨਾਂ ਪਈਆਂ ਹੋਈਆਂ, ਬੇੜੀਆਂ ਪਈਆਂ ਹੋਈਆਂ। ਤਾਂਹੀਓ ਇਨਸਾਫ ਨਹੀਂ। ਕੋਈ ਸਾਡੇ ਵਾਸਤੇ ਕੋਰਟ ਨਹੀਂ, ਕੋਈ ਸਾਡੇ ਵਾਸਤੇ ਵਕੀਲ ਨਹੀਂ, ਕੋਈ ਸਾਡੇ ਵਾਸਤੇ ਜੱਜ ਨਹੀਂ। ਸਾਡੀ ਸੁਣਵਾਈ ਕਿੱਥੇ ਹੋਏਗੀ? ਸਰਕਾਰਾਂ ਵੀ ਬਦਲ ਗਈਆਂ, ਮੋਦੀ ਸਰਕਾਰ ਬੈਠੀ ਆ ਸੈਂਟਰ 'ਚ, ਉਹਨਾਂ ਨਾਲ ਪਹੁੰਚ ਕਰੀ ਗੱਲਬਾਤ ਕਰਨ ਦੀ ਵੀ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਸਾਡੇ ਪਰਿਵਾਰ ਉਜਾੜ ਤੇ ਉਸ ਵਕਤ? ਬਿਲਕੁਲ। ਜਦੋਂ ਮੋਦੀ ਸਰਕਾਰ ਬਣੀ ਸੀਗੀ ਉਸ ਟਾਈਮ ਸਾਡੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਹੁੰਦੇ ਸਨ ਉੱਥੇ MP। ਅਸੀਂ ਉਹਨਾਂ ਤੱਕ ਪਹੁੰਚ ਕੀਤੀ, ਕਿਉਂ ਅਸੀਂ ਸਿੱਧੇ ਤੇ ਮੋਦੀ ਸਾਹਿਬ ਕੋਲ ਪਹੁੰਚ ਨਹੀਂ ਸੀ ਸਕਦੇ, ਨਾ ਕਿਸੇ ਨੂੰ ਉਹਨਾਂ ਨੇ ਮਿਲਣਾ ਹੈਗਾ। ਸਾਡੇ ਵਰਗਿਆਂ ਨੂੰ ਤੇ ਵੈਸੇ ਹੀ ਦਫ਼ਤਰਾਂ ਵਿੱਚ ਜਾਣ ਨਹੀਂ ਦਿੰਦੇ। ਫਿਰ ਅਸੀਂ ਉਹ ਬੀਬਾ ਜੀ ਦੇ ਨਾਲ, ਕਿਉਂ ਅਸੀਂ ਉਹਨਾਂ ਬਾਰੇ ਬਹੁਤ ਸੁਣਿਆ ਸੀ ਭਈ ਲੋਕਾਂ ਵਾਸਤੇ ਇੰਨਾ ਕਰਦੇ ਪਏ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਅਸੀਂ ਵੀ ਉਹਨਾਂ ਦੇ ਕੋਲ ਗਏ, ਅਸੀਂ ਪਹੁੰਚ ਕੀਤੀ। ਪਰ ਉਹਨਾਂ ਨੇ ਸਾਨੂੰ ਫਿਰ ਇਹ ਵਿਸ਼ਵਾਸ ਦਿਵਾਇਆ ਕਿ ਅਗਰ ਮੈਂ ਜਿੰਨੀ ਚਿਰ ਇੱਥੇ ਰਹਾਂਗੀ, ਮੈਂ ਇਹਨਾਂ ਕਾਤਲਾਂ ਦੀ ਸਜ਼ਾਵਾਂ ਵਾਸਤੇ ਤੁਹਾਡੇ ਨਾਲ ਹੋ ਕੇ ਲੜਾਂਗੀ। ਔਰ ਫਿਰ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਹੈਗੇ ਆ, ਉਹਨਾਂ ਕੋਲ ਅਸੀਂ ਦਿੱਲੀ ਗਏ ਕਿ ਸਾਡੇ ਕੋਲ ਇੰਨੇ ਦੂਰੋਂ ਆਉਣਾ ਜਾਣਾ ਸਾਡਾ ਬਹੁਤ ਔਖਾ ਹੈਗਾ, ਪਰ ਸਾਡੀ ਇਹ ਲੜਾਈ ਲੜੋ ਵੀ ਸਾਡੇ ਕਾਤਲਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲੇਗੀ ਜਦੋਂ ਇਹਨੂੰ ਸਜ਼ਾਵਾਂ ਮਿਲਣਗੀਆਂ। ਫਿਰ ਉਹਦੇ ਵਿੱਚੋਂ ਜਿਹੜੇ ਕੋਈ 4-5 ਬੰਦੇ ਹੈਗੇ ਜਿਨ੍ਹਾਂ ਨੂੰ ਸਜ਼ਾਵਾਂ ਮਿਲੀਆਂ।
ਇੱਕ ਜਿਹੜਾ ਵੱਡਾ ਮਗਰਮੱਛ ਹੈਗਾ ਸੱਜਣ ਕੁਮਾਰ, ਉਹਨੂੰ ਸਜ਼ਾ ਹੋਈ। 4 ਬੰਦੇ ਹੋਰ ਹੈਗੇ, ਉਹਨਾਂ ਨੂੰ ਸਜ਼ਾਵਾਂ ਹੋਈਆਂ। ਹੁਣ ਦੇਖੋ ਕਮਲਨਾਥ ਹੈਗਾ, ਉਹਨੇ ਰਕਾਬਗੰਜ ਸਾਹਿਬ ਦੇ ਸਾਹਮਣੇ 2 ਬੰਦਿਆਂ ਨੂੰ ਜਿੰਦਿਆਂ ਅੱਗ ਲਗਵਾਈ ਅਤੇ ਉਹ ਕੋਲ ਖੜਾ ਸੀ, ਉਹ ਤਮਾਸ਼ੇ ਦੇਖ ਰਹੇ ਸਨ। ਔਰ ਇੱਕ ਸਭ ਤੋਂ ਵੱਡੀ ਚੀਜ਼ ਤੁਹਾਨੂੰ ਮੈਂ ਹੋਰ ਦੱਸਾਂ, ਜਦੋਂ ਸਾਡੇ ਸਿੱਖ ਭਾਈ ਸਾਡੇ ਆਪਣੇ ਪਰਿਵਾਰ ਦੇ ਜੀ ਜਦੋਂ ਤੜਫਦੇ ਸਨ ਬਾਹਰ, ਅਤੇ ਉਹ ਤਾੜੀਆਂ ਮਾਰ ਮਾਰ ਕੇ ਹੱਸਦੇ ਸਨ, ਕਹਿੰਦੇ ਸਨ ਦੇਖੋ ਕੈਸੇ ਬਾਂਦਰ ਨਾਚ ਰਿਹਾ ਹੈ। ਉਹਨਾਂ ਨੂੰ ਸਾਡੇ ਸਿੱਖ ਉਸ ਟਾਈਮ ਬੰਦਰ ਲੱਗਦੇ ਸੀਗੇ, ਵੀ ਇਹ ਬੰਦਰ ਦਾ ਨਾਚ ਹੋ ਰਿਹਾ ਜੇ। ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਕਦੇ ਗਜ਼ਨੀ ਦੇ ਬਾਜ਼ਾਰ ਦੇ ਵਿੱਚ ਟਕੇ ਟਕੇ ਨੂੰ ਵਿਕਦੀਆਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਬਚਾਇਆ ਸੀ। ਤੇ 1984 ਦੀ ਗੱਲ ਕਰੀਏ ਤਾਂ 1984 ਦੇ ਵਿੱਚ ਉਹਨਾਂ ਸਿੱਖਾਂ ਨੂੰ ਅੱਗ ਲਗਾ ਕੇ ਕਿਹਾ ਗਿਆ ਕਿ ਬਾਂਦਰ ਨੱਚਦੇ ਨੇ। ਆਖਰ ਕੀ ਸਮਝ ਗਏ ਇਸ ਦਾ? ਅੱਗੇ ਸੁਣਦੇ ਆਂਗੇ ਮਾਤਾ ਤੋਂ, ਜਿਨ੍ਹਾਂ ਨੇ ਨੇੜੇ ਤੋਂ ਦੇਖੀ ਆ ਨਵੰਬਰ 1984, ਜਿਨ੍ਹਾਂ ਨੇ ਨੇੜੇ ਤੋਂ ਦੇਖਿਆ ਦਿੱਲੀ ਦਾ ਉਹ ਕਾਂਡ, ਸੁਣਦੇ ਆਂਗੇ। ਅੱਜ ਉਹ ਕਮਲਨਾਥ ਨੂੰ ਦੇਖੋ ਤੁਸੀਂ ਮੁੱਖ ਮੰਤਰੀ ਬਣਾਇਆ ਹੋਇਆ। ਜਦੋਂ ਮੁੱਖ ਮੰਤਰੀ ਬਣਿਆ ਅਸੀਂ ਉਹਦਾ ਫਿਰ ਵਿਰੋਧ ਕੀਤਾ। ਜਗਦੀਸ਼ ਟਾਈਟਲ ਆ, ਉਹਨੂੰ ਵਜ਼ੀਰੀਆਂ ਦਿੱਤੀਆਂ। ਸੱਜਣ ਕੁਮਾਰ ਨੂੰ ਪਹਿਲੇ ਇਹਨਾਂ ਨੇ ਵਜ਼ੀਰੀਆਂ ਦਿੱਤੀਆਂ। ਸੱਜਣ ਕੁਮਾਰ ਦੇ ਮੁੰਡੇ ਨੂੰ ਇਹਨਾਂ ਨੇ MLA ਦੀ ਟਿਕਟ ਦਿੱਤੀ। ਜਦੋਂ ਸਾਨੂੰ ਪਤਾ ਲੱਗਿਆ, ਸਾਡੇ ਦੇਖੋ ਜ਼ਖਮ ਹਰੇ ਹੋ ਜਾਂਦੇ ਜਦੋਂ ਸਾਡੇ ਪੱਲੇ ਤੇ ਕੁਛ ਹੈ ਨਹੀਂ, ਨਾ ਸਾਨੂੰ ਕੋਟਾਂ ਇਨਸਾਫ ਦੇਣੀਆਂ, ਨਾ ਸਾਨੂੰ ਕੋਈ ਹੋਰ ਸਰਕਾਰਾਂ ਇਨਸਾਫ ਦੇਣੀਆਂ। ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਫਿਰ ਅਸੀਂ ਇਲੈਕਸ਼ਨਾਂ ਦੇ ਵਿੱਚ ਆਪਣੀ ਭੜਾਸ ਕੱਢਦੇ ਹਾਂ, ਅਸੀਂ ਇਹਨਾਂ ਦੇ ਖਿਲਾਫ ਜਗ੍ਹਾ ਜਗ੍ਹਾ ਜਾਂਦੇ ਹਾਂ। ਫਿਰ ਇਹ ਸਾਨੂੰ ਬਦਨਾਮ ਕਰਦੇ ਨੇ, ਸ਼ਾਇਦ ਇਹਨਾਂ ਨੂੰ ਅਕਾਲੀ ਭੇਜ ਦੇਣ, ਜਦ ਕਿ ਇਹੋ ਜਿਹੀ ਕੋਈ ਗੱਲ ਨਹੀਂ ਆ ਕਿ ਸਾਨੂੰ ਅਕਾਲੀ ਨਾ ਕਿਤੇ ਜਾਣ ਨੂੰ ਕਹਿੰਦੇ, ਨਾ ਆਉਣ ਨੂੰ ਕਹਿੰਦੇ, ਨਾ ਕੁਛ। ਸਾਡਾ ਇਹੋ ਜਿਹਾ ਕੋਈ ਮਕਸਦ ਨਹੀਂ ਹੈ। ਸਾਡਾ ਸਿਰਫ ਮਕਸਦ ਇੱਕੋ ਹੀ ਆ, ਜਿਹੜਾ ਸਾਡੀ ਮਦਦ ਕਰੇਗਾ, ਸਾਡੇ ਕਾਤਲਾਂ ਨੂੰ ਸਜ਼ਾਵਾਂ ਦੇਣ ਵਾਸਤੇ ਸਾਡਾ ਸਾਥ ਦੇਗਾ, ਉਹ ਸਾਡਾ ਵਾ, ਕੋਈ ਵੀ ਹੋਵੇ ਚਾਹੇ ਉਹ। ਅਤੇ ਸਾਨੂੰ ਜਦੋਂ ਪਤਾ ਲੱਗਿਆ ਕਿ ਸੱਜਣ ਕੁਮਾਰ ਦੇ ਮੁੰਡੇ ਨੂੰ ਟਿਕਟ ਮਿਲੀ, ਫਿਰ ਅਸੀਂ ਉਹਦੇ ਘਰ ਦੇ ਅੱਗੇ ਜਾ ਕੇ ਮੁਜ਼ਾਹਰਾ ਕੀਤਾ। ਉੱਥੋਂ ਪੁਲਿਸ ਆਈ, ਉਹ ਪੁਲਿਸ ਆ ਕੇ ਮੇਰੇ ਕੋਲ ਹੱਥ ਜੋੜੇ, ਬੀਬੀ ਜੀ ਤੁਸੀਂ ਇੱਥੋਂ ਨਿਕਲ ਜਾਓ, ਇੱਥੇ ਤੁਹਾਡਾ ਫਿਰ ਨੁਕਸਾਨ ਹੋ ਜਾਏਗਾ। ਮੈਂ ਕਿਹਾ ਨੁਕਸਾਨ ਤਾਂ ਸਾਡਾ ਪਹਿਲਾਂ ਹੀ ਹੋ ਚੁੱਕਿਆ ਦਾ, ਹੁਣ ਸਾਡਾ ਕੀ ਨੁਕਸਾਨ ਕਰਨਗੇ, ਹੁਣ ਸਾਨੂੰ ਮਾਰ ਦੇਣਗੇ, ਮਾਰ ਦੇਵਣ। ਪਰ ਅਸੀਂ ਆਪਣੇ ਦਿਲ ਦੀ ਜਿਹੜੀ ਇੱਥੇ ਗੱਲ ਹੈਗੀ ਆ ਉਹ ਕਰਕੇ ਜਾਵਾਂਗੇ। ਅਸੀਂ ਇੱਕ ਸਪੀਕਰ ਲੈ ਕੇ ਉਹਦੇ ਗਲੀ ਵਿੱਚ, ਉਹਦੇ ਪੂਰੇ ਮਹੱਲੇ ਵਿੱਚ, ਉਹਦੇ ਪੂਰੇ ਏਰੀਏ ਵਿੱਚ ਘੁੰਮੇ। ਅਸੀਂ ਦੱਸਿਆ ਭਈ ਇਹ ਨਾਲ ਜਾ ਕੇ ਇਹ ਭੀੜ ਦੀ ਅਗਵਾਈ ਕਰਕੇ ਐਂ ਲੋਕਾਂ ਨੂੰ ਮਰਵਾਉਂਦਾ ਸੀ, ਐਂ ਕਰਦਾ ਸੀ। ਪਰ ਮੈਨੂੰ ਬੜੀ ਖੁਸ਼ੀ ਆ ਉਹਦਾ ਪੁੱਤਰ ਉੱਥੋਂ ਹਾਰਿਆ। ਉਹ ਜਦੋਂ ਹਾਰਿਆ ਸਾਨੂੰ ਥੋੜ੍ਹੀ ਤਸੱਲੀ ਮਿਲੀ। ਕਹਿੰਦੇ ਆ ਨਾ ਕਿ ਜਦੋਂ ਇੱਕ ਬੰਦਾ ਅਸੀਂ ਤਾਂ ਕਮਜ਼ੋਰ ਹਾਂ ਇਸ ਟਾਈਮ, ਕਿਉਂ ਜਦੋਂ ਅਸੀਂ ਉੱਜੜ ਗਏ ਤਾਂ ਅਸੀਂ ਕਮਜ਼ੋਰ ਹੋ ਗਏ। ਸਾਡੀਆਂ ਜਾਇਦਾਦਾਂ ਉੱਥੇ ਤਬਾਹ ਹੋ ਗਈਆਂ, ਉੱਜੜ ਗਏ, ਇੱਕ ਪਰਿਵਾਰ ਖਤਮ ਹੋ ਗਏ, ਘਰ-ਬਾਰ ਲੁੱਟੇ ਗਏ, ਸਭ ਕੁਝ ਖਤਮ ਹੋ ਗਿਆ। ਇੱਕ ਸੂਟ ਵਿੱਚ ਅਸੀਂ ਆਏ ਹਾਂ ਅਤੇ ਅਸੀਂ ਤਾਂ ਕਮਜ਼ੋਰ ਹੋ ਗਏ, ਆਪੇ ਹੀ ਕਮਜ਼ੋਰ ਹੋ ਗਏ। ਪਰ ਅਸੀਂ ਇੱਕ ਉਸ ਵਾਹਿਗੁਰੂ ਦਾ ਭਾਣਾ ਮੰਨ ਕੇ ਫਿਰ ਵੀ ਸਾਰਾ ਕੁਝ, ਆਪਣੀ ਹਿੰਮਤ ਨਹੀਂ ਹਾਰੀ ਹੈਗੀ ਆ। ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਸਾਨੂੰ ਇੰਨੀ ਹਿੰਮਤ ਦੇ, ਅਸੀਂ ਇਹਨਾਂ ਲੋਕਾਂ ਦੀ, ਇਹਨੇ ਪਰਿਵਾਰਾਂ ਦੀ ਵੀ ਲੜਾਈ ਲੜਾਂ ਅਤੇ ਇਹਨਾਂ ਨੂੰ ਮੁੜ ਬਸੇਵਾ ਵੀ ਇਹਨਾਂ ਦਾ ਕਰਵਾਵਾਂ ਅਤੇ ਉਹਨਾਂ ਕਾਤਲਾਂ ਨੂੰ ਸਜ਼ਾਵਾਂ ਵੀ ਦਵਾ ਸਕਾਂ। ਅਤੇ ਸੱਚੇ ਪਾਤਸ਼ਾਹ ਸਾਡੀ ਸੁਣਦੇ ਵੀ ਹੈਗੇ, ਸਾਡੀ ਹਿੰਮਤ ਵੀ ਦਿੰਦੇ, ਸਾਨੂੰ ਹਿੰਮਤ ਵੀ ਦਿੰਦੇ। ਤੁਸੀਂ ਇਹ ਦੇਖੋ ਭਈ ਇਹ ਹੁਣ ਜਿਹੜਾ ਇਹ ਬਣਿਆ ਹੈਗਾ ਮੁੱਖ ਮੰਤਰੀ ਕਮਲਨਾਥ, ਇਹਨੂੰ ਮੁੱਖ ਮੰਤਰੀ ਬਣਾਇਆ। ਇਹ ਇੱਕ ਕਾਤਲ ਬੰਦੇ ਨੂੰ ਤੁਸੀਂ ਮੁੱਖ ਮੰਤਰੀ ਬਣਾਉਂਦੇ ਹੋ, ਇਹਨੇ ਪ੍ਰਜਾ ਦਾ ਕੀ ਕੰਮ ਕਰਨਾ? ਇਹਨੇ ਕੋਈ ਕਰਨਾ? ਇਹਨੇ ਜਦੋਂ 84 ਵਿੱਚ ਇੰਨਾ ਕੁਛ ਕਰਵਾ ਦਿੱਤਾ ਅਤੇ ਤੁਸੀਂ ਅੱਜ ਉਹਨੂੰ ਉੱਠ ਕੇ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦਿੰਦੇ ਹੋ। ਪਰ ਇਹਦੇ ਵਿੱਚ ਸਭ ਤੋਂ ਵੱਡਾ ਇੱਕ ਮਕਸਦ ਸੀਗਾ, ਰਾਜੀਵ ਗਾਂਧੀ 'ਤੇ ਇਹ ਸਾਰਾ ਕੁਛ ਆਉਂਦਾ ਸੀ। ਕਿਉਂ? ਰਾਜੀਵ ਗਾਂਧੀ ਨੇ ਮੀਟਿੰਗ ਕੀਤੀ ਸੀ, ਰਾਜੀਵ ਗਾਂਧੀ ਨੇ ਹੁਕਮ ਕੀਤੇ ਸੀ। ਰਾਜੀਵ ਗਾਂਧੀ ਅਸਲ ਵਿੱਚ ਕਾਤਲ ਆ। ਕਿਉਂ? ਉਹਨੇ ਅੱਗੇ ਕਾਤਲਾਂ ਨੂੰ ਭੇਜਿਆ ਸਾਨੂੰ ਲੋਕਾਂ ਨੂੰ ਮਰਵਾਉਣ ਵਾਸਤੇ। ਅਤੇ ਅਸਲ ਪਰਿਵਾਰ ਤਾਂ ਸਾਡਾ ਉਹ ਕਾਤਲ ਆ ਨਾ, ਦੂਸਰੇ ਤਾਂ ਹੈ ਹੀ ਹਨ ਜਿਨ੍ਹਾਂ ਨੇ ਮਾਰੇ, ਉਹ ਤਾਂ ਕਾਤਲ ਹੈ ਹੀ ਹਨ। ਪਰ ਕਾਤਲਾਂ ਨੂੰ ਭੜਕਾ ਕੇ ਭੇਜਣ ਵਾਲਾ ਵੀ ਤਾਂ ਕਾਤਲ ਹੀ ਆ ਨਾ। ਜਿਹਨੇ ਹੁਕਮ ਦਿੱਤੇ, ਉਹ ਪ੍ਰਧਾਨ ਮੰਤਰੀ ਬਣ ਚੁੱਕਿਆ ਸੀ, ਸਹੁੰ ਚੁੱਕ ਚੁੱਕਿਆ ਸੀ, ਉਹ ਉਸ ਟਾਈਮ ਰੋਕ ਸਕਦਾ ਸੀ। ਅੱਜ ਸੋਨੀਆ ਗਾਂਧੀ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ, ਰਾਹੁਲ ਗਾਂਧੀ ਵੱਡੀਆਂ ਵੱਡੀਆਂ ਗੱਲਾਂ ਕਰਦਾ। ਕੀ ਸੋਨੀਆ ਗਾਂਧੀ ਉਸ ਟਾਈਮ ਰੋਕ ਨਹੀਂ ਸਕਦੀ ਸੀ ਇਸ ਚੀਜ਼ ਨੂੰ? ਇੱਕ ਔਰਤ ਘਰ ਦੀ ਜਿਹੜੀ ਆ ਨਾ, ਉਹ ਸਭ ਕੁਝ ਕਰਵਾ ਸਕਦੀ ਆ। ਮੈਂ ਕਹਿੰਦੀ ਹਾਂ ਸੋਨੀਆ ਗਾਂਧੀ ਇੱਕ ਨਾ ਤਾਂ ਚੰਗੀ ਔਰਤ ਬਣ ਸਕੀ, ਨਾ ਚੰਗੀ ਮਾਂ ਬਣ ਸਕੀ, ਨਾ ਚੰਗੀ ਭੈਣ ਬਣ ਸਕੀ, ਅਤੇ ਨਾ ਹੀ ਚੰਗੀ ਇੱਕ ਬੀਵੀ ਬਣ ਸਕੀ। ਕਿਉਂ? ਉਹਦੇ ਰਾਜ ਦੇ ਵਿੱਚ ਉਹਦਾ ਘਰ ਵਾਲਾ ਪ੍ਰਧਾਨ ਮੰਤਰੀ ਸੀ, ਉਹਦਾ ਵੀ ਬਰਾਬਰ ਦਾ ਹੱਕ ਸੀਗਾ। ਅਤੇ ਉਹਦੇ ਰਾਜ ਦੇ ਵਿੱਚ ਦੇਖੋ ਸਾਡੀਆਂ ਹਜ਼ਾਰਾਂ ਸਾਡੀਆਂ ਭੈਣਾਂ ਧੀਆਂ ਜਿਹੜੀਆਂ ਹੈਗੀਆਂ ਵਿਧਵਾ ਹੋ ਗਈਆਂ, ਸਾਡੇ ਬੱਚੇ ਯਤੀਮ ਹੋ ਗਏ। ਸਾਡੀਆਂ ਭੈਣਾਂ ਉਹ ਜਿਹੜੀਆਂ ਅੱਜ ਵੀ ਤਰਸਦੀਆਂ, ਜਦੋਂ ਰੱਖੜੀ ਆਉਂਦੀ ਆ ਉਹ ਰੋਂਦੀਆਂ, ਸਾਡੇ ਭਰਾ ਕਿੱਥੇ ਗਿਆ ਸੀ ਕਿ ਉਹਨੂੰ ਰੱਖੜੀ ਬਣਾਵਾਂ।
ਸੋ ਇਸ ਕਰਕੇ ਇਹ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਸਰਕਾਰਾਂ ਨੂੰ, ਕਾਂਗਰਸ ਸਰਕਾਰ ਨੂੰ ਖਾਸ ਕਰਕੇ ਮੈਂ ਕਹਿੰਦੀ ਹਾਂ। ਜਿਹੜਾ ਕਾਤਲ ਹੈਗਾ, ਤੇ ਅੱਜ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦੀ ਹਾਂ ਕਿ ਅੱਜ ਉਹ ਕਾਤਲ, ਜਦੋਂ ਅਸੀਂ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਂਦੇ ਹਾਂ, ਤੇ ਸਾਡੇ ਲੋਕਾਂ 'ਤੇ ਇੱਥੇ ਵੀ ਪੰਜਾਬ ਵਿੱਚ ਇੱਕ ਵਾਰੀ ਫਿਰ ਤਸ਼ੱਦਦ ਢਾਇਆ ਜਾ ਰਿਹਾ। ਇਹਨਾਂ ਲੋਕਾਂ ਦੇ ਰੈੱਡ ਕਾਰਡ ਕੈਂਸਲ ਕੀਤੇ ਜਾ ਰਹੇ ਆ। ਇਹਨਾਂ ਲੋਕਾਂ ਨੂੰ ਇੱਕ ਵਾਰੀ 37 ਸਾਲਾਂ ਬਾਅਦ ਫਿਰ ਉਜਾੜਿਆ ਜਾ ਰਿਹਾ। ਆਈ ਜਿਹਦੇ ਸਿਰ ਤੋਂ ਛੱਤ ਚਲੀ ਜਾਏਗੀ, ਕੋਈ 80 ਸਾਲ ਦਾ, ਕੋਈ 70 ਸਾਲ ਦਾ, ਕੋਈ 65 ਸਾਲ ਦਾ, ਉਹ ਦੱਸੋ ਅੱਜ ਕਿੱਥੇ ਜਾਣਗੇ? ਉਹ ਕਿੱਥੇ ਜਾ ਕੇ ਸੜਕਾਂ 'ਤੇ ਰੁਕਣਗੇ, ਸੜਕਾਂ 'ਤੇ ਗੁਜ਼ਾਰਾ ਕਰਨਗੇ? ਉਹ ਫਿਰ ਉਹਨਾਂ ਦੇ ਸਾਹਮਣੇ ਇੱਕੋ ਹੀ ਇੱਕ ਰਸਤਾ ਰਹਿ ਜਾਂਦਾ ਕਿ ਉਹ ਲੋਕ ਹੁਣ ਇਹ ਸੋਚਦੇ ਆ ਕਿ ਅਸੀਂ ਕੈਪਟਨ ਦੀ ਕੋਠੀ ਦੇ ਅੱਗੇ ਜਾ ਕੇ, ਜਿਵੇਂ ਸਾਨੂੰ ਉੱਥੇ ਰਾਜੀਵ ਗਾਂਧੀ ਨੇ ਮੂੰਹਾਂ ਦੇ ਵਿੱਚ ਪੈਟਰੋਲ ਪਾ ਕੇ, ਗਲਿਆਂ ਵਿੱਚ ਟਾਇਰ ਪਾ ਕੇ ਜਿੰਦਿਆਂ ਜਲਵਾਇਆ ਸੀ, ਤੇ ਅੱਜ ਅਸੀਂ ਆਪ ਉਂਝ ਪੈਟਰੋਲ ਪਾ ਕੇ ਮੂੰਹ ਦੇ ਵਿੱਚ, ਗਲਿਆਂ ਵਿੱਚ ਟਾਇਰ ਪਾ ਕੇ, ਤੇ ਜਿੰਦੇ ਆਪਣੇ ਆਪ ਨੂੰ ਅੱਗ ਲਗਾ ਕੇ ਉਹਦੀ ਕੋਠੀ ਦੇ ਅੱਗੇ ਅਸੀਂ ਆਤਮਦਾਹ ਕਰਾਂਗੇ। ਇਹ ਲੋਕਾਂ ਦੀ ਉੱਥੇ ਹੁਣ ਸੋਚ ਬਣ ਗਈ, ਕਿਉਂ? ਲੋਕਾਂ ਦੇ ਸਾਹਮਣੇ ਕੋਈ ਰਸਤਾ ਹੀ ਨਹੀਂ ਰਹਿ ਗਿਆ। ਲੋਕੀ ਜਾਣ ਕਿਤੇ, ਸੁਣਨ ਵਾਲਾ ਕੋਈ ਹੈ ਹੀ ਨਹੀਂ ਆ। ਸਰਕਾਰ ਇਸ ਟਾਈਮ ਇੱਥੇ ਵੀ ਕਾਂਗਰਸ ਦੀ ਹੈਗੀ ਆ, ਉੱਪਰ ਭਾਜਪਾ ਹੈਗੀ ਆ, ਉਹਨਾਂ ਨੇ ਸਾਡੀ ਕਿੱਥੇ ਸੁਣਨੀ ਹੈਗੀ ਆ? ਉਹ ਤੇ ਦੇਖੋ, ਉਹ ਸਜ਼ਾਵਾਂ ਉਸ ਟਾਈਮ ਚਲੋ ਕੁਛ ਦਬਾਅ ਸੀਗਾ ਉਹਨਾਂ ਨੂੰ, ਕੁਛ ਅਸੀਂ ਅਕਾਲੀ ਦਲ ਤੱਕ ਅਪਰੋਚ ਕਰ ਲੈਂਦੇ ਸਾਂ, ਉਹਨਾਂ ਦਾ ਦਬਾਅ ਸੀ, ਕੁਛ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਦਬਾਅ ਸੀ। ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ। ਮੈਂ ਕਿਸੇ ਪਾਰਟੀ ਦੇ ਨਾਲ ਇਹ ਨਹੀਂ ਕਹਿੰਦੀ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਹੈਗੇ ਹਾਂ। ਮੈਂ ਪਹਿਲੇ ਵੀ ਇੱਕ ਚੀਜ਼ ਕਹੀ ਆ ਕਿ ਜਿਹੜਾ ਵੀ ਸਾਡੀ ਮਦਦ ਕਰੇਗਾ, ਕੋਈ ਵੀ ਹੋਏਗਾ, ਉਹ ਕਿਸੇ ਪਾਰਟੀ ਦਾ ਵੀ ਹੋਏਗਾ, ਅਗਰ ਸਾਡੀ ਮਦਦ ਕਰੇਗਾ ਅਸੀਂ ਉਹਦੀ ਇੱਜ਼ਤ ਕਰਾਂਗੇ, ਅਸੀਂ ਉਹਦਾ ਸਤਿਕਾਰ ਕਰਾਂਗੇ। ਅਤੇ ਮੈਂ ਬੀਬਾ ਜੀ ਦਾ ਸਤਿਕਾਰ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਲੱਗ ਕੇ ਪ੍ਰਧਾਨ ਮੰਤਰੀ 'ਤੇ ਦਬਾਅ ਪਾ ਕੇ ਸਾਡੇ ਕੁਛ ਕਾਤਲਾਂ ਨੂੰ ਸਜ਼ਾਵਾਂ ਦਵਾਈਆਂ। ਪਰ ਹੁਣ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਹੁਣ ਤਾਂ ਸਾਡਾ ਕੋਈ ਵਾਲੀ ਵਾਰਸ ਹੀ ਨਹੀਂ ਉੱਥੇ। ਹੁਣ ਅਸੀਂ ਨਵਾਂ ਕਿਹੜਾ ਕੋਈ ਬੰਦਾ ਲੱਭੀਏ ਜਿਹੜਾ ਜਾ ਕੇ ਅਸੀਂ ਪ੍ਰਧਾਨ ਮੰਤਰੀ ਤੱਕ ਅਪਰੋਚ ਕਰਾਂ ਕਿ ਸਾਡੇ ਕਾਤਲਾਂ ਨੂੰ ਸਜ਼ਾਵਾਂ ਦਵਾਓ। ਹੋਰ ਕੁਛ ਕਹਿਣਾ? ਬਸ ਜੀ, ਇਸ ਤੋਂ ਅੱਗੇ ਤੇ ਹੁਣ ਕੁਛ ਵੀ ਨਹੀਂ। ਹੁਣ ਤੇ ਉਹੀ ਆ ਗੱਲ ਹੈਗੀ ਆ ਵੀ ਇਹ ਟਾਈਮ ਨਵੇਂ ਸਿਰ ਤੋਂ ਯਾਦ ਆ ਜਾਣਾ। ਇਹ ਪਤਾ ਲੱਗਦਾ ਵੀ ਅੱਜ ਹੀ ਸਭ ਕੁਛ ਹੋਇਆ, ਤੇ ਗੱਲਾਂ ਕਲੇਜਾ ਫਟ ਕੇ ਮੂੰਹ ਨੂੰ ਆਉਂਦਾ ਹੈਗਾ। ਪਰ ਚਲੋ, ਜੋ ਪਰਮਾਤਮਾ ਨੂੰ ਮਨਜ਼ੂਰ ਸੀਗਾ ਉਹ ਹੋਇਆ ਸਾਡੇ ਨਾਲ। ਅਸੀਂ ਫਿਰ ਵੀ ਰੱਬ ਦੇ ਭਾਣੇ ਵਿੱਚ। ਸੋ ਸ਼ਬਦ ਨਹੀਂ ਰਹਿ ਜਾਂਦੇ ਮੂੰਹ ਦੇ ਵਿੱਚ ਕੁਛ ਕਹਿਣ ਦੇ ਲਈ, ਜੋ ਕਹਾਣੀ ਅਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਕਰੀ ਹੈ। ਇਸ ਤੋਂ ਬਾਅਦ ਵੀ ਜਿਹੜਾ ਪੰਜਾਬ ਦਾ ਸੰਤਾਪ ਆ ਹਜੇ ਜਾਰੀ ਆ, ਉਹ ਦਰਸ਼ਕਾਂ ਦੇ ਰੂਬਰੂ ਕਰਦੇ ਰਵਾਂਗੇ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।